बातें अब हमारे सामने हैं वो कुछ ऐसे फैक्ट्स हैं जो हम खुद इस इन्वेस्टिगेशन से पहले नहीं जानते थे। एनीवे पहले आपको बताते हैं कि हो क्या रहा है। ਪਿਛਲੇ ਲਗਭਗ 1 ਸਾਲ ਵਿੱਚ ਭਾਰਤ ਅੰਦਰ ਹਵਾਈ ਜਹਾਜ਼ਾਂ ਨਾਲ ਸੰਬੰਧਿਤ ਕਈ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਦਾ ਸਿੱਧਾ ਅਸਰ ਯਾਤਰੀਆਂ ਦੀ ਸੁਰੱਖਿਆ ਉੱਤੇ ਪਿਆ। ਜਿਵੇਂ ਕਿ ਮਈ 2025 ਵਿੱਚ ਉੱਤਰਾਖੰਡ 'ਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, 6 ਲੋਕਾਂ ਦੀ ਮੌਤ ਹੋਈ। ਅਗਲੇ ਮਹੀਨੇ ਉਸੇ ਸੂਬੇ ਵਿੱਚ ਇੱਕ ਹੋਰ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਜਿਸ ਵਿੱਚ 7 ਹੋਰ ਲੋਕਾਂ ਦੀ ਜਾਨ ਚਲੀ ਗਈ। ਪਿਛਲੇ ਸਾਲ 12 ਜੂਨ ਨੂੰ ਅਹਿਮਦਾਬਾਦ ਵਿੱਚ 에ਅਰ ਇੰਡੀਆ ਫਲਾਈਟ 171 ਹਾਦਸਾਗ੍ਰਸਤ ਹੋਈ ਜਿਸ ਵਿੱਚ 260 ਲੋਕਾਂ ਦੀ ਮੌਤ ਹੋਈ। ਦਸੰਬਰ 2025 ਵਿੱਚ ਜਦੋਂ ਸਰਕਾਰ ਨੇ ਪਾਇਲਟਾਂ ਦੀ ਥਕਾਨ ਜਾਂ ਫਟੀਗ ਘੱਟ ਕਰਨ ਅਤੇ ਏਵੀਏਸ਼ਨ ਸੇਫਟੀ ਨੂੰ ਸੁਧਾਰਨ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਏਵੀਏਸ਼ਨ ਸੈਕਟਰ ਵਿੱਚ ਵੱਡੀ ਪਰੇਸ਼ਾਨੀ ਖੜੀ ਹੋ ਗਈ। ਭਾਰਤ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਨੂੰ 1890 ਉਡਾਣਾਂ ਰੱਦ ਕਰਨੀਆਂ ਪਈਆਂ। ਅਗਲੇ ਮਹੀਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਇੱਕ ਜਹਾਜ਼ ਦੁਰਘਟਨਾ ਵਿੱਚ 4 ਹੋਰ ਲੋਕਾਂ ਦੇ ਨਾਲ ਮੌਤ ਹੋ ਗਈ। ਫਰਵਰੀ 2026 ਵਿੱਚ ਝਾਰਖੰਡ 'ਚ ਇੱਕ 에ਅਰ ਐਂਬੂਲੈਂਸ ਦੁਰਘਟਨਾ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਹੋਰ ਤਾਂ ਹੋਰ ਸਰਕਾਰ ਦੇ ਇੱਕ ਆਡਿਟ ਵਿੱਚ ਇਹ ਗੱਲ ਸਾਹਮਣੇ ਆਈ ਕਿ 750 ਤੋਂ ਜ਼ਿਆਦਾ ਯਾਤਰੀ ਜਹਾਜ਼ਾਂ ਵਿੱਚ ਤਾਂ ਲਗਭਗ ਅੱਧੇ ਜਹਾਜ਼ਾਂ ਵਿੱਚ ਬਾਰ-ਬਾਰ ਤਕਨੀਕੀ ਖਰਾਬੀਆਂ ਹੋ ਰਹੀਆਂ ਸੀ। ਇਹਨਾਂ ਸਭ ਘਟਨਾਵਾਂ ਤੋਂ ਬਾਅਦ ਸੰਸਦ ਦੀ ਇੱਕ ਰਿਪੋर्ट ਵਿੱਚ ਭਾਰਤ ਦੀ एविएशन सेफ्टी व्यवस्था ਵਿੱਚ फंडामेंटल रीसेट ਜਾਂ बुनियादी बदलाव की जरूरत दसी गई। इसमें याद रखने वाली ये बात है कि अभी जो हमने आपको बताया है वो सिर्फ और सिर्फ हेडलाइंस है, यानी मामला सिर्फ यहीं तक सीमित नहीं है। और ये सब ऐसे समय में हो रहा है जब ग्लोबल एस्टिमेट्स के अनुसार भारत अमेरिका और चाइना के बाद विश्व का तीसरा सबसे बड़ा डोमेस्टिक एविएशन मार्केट बन गया है। इनफैक्ट एविएशन से डायरेक्टली और इनडायरेक्टली रोजगार मिलता है, तो कई मामलों में ये तो सिर्फ शुरुआत है। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਦੁਨੀਆ ਭਰ ਵਿੱਚ एविएशन ਸੈਕਟਰ ਸੁਰੱਖਿਆ ਨੂੰ ਯੂਨਾਈਟਿਡ ਨੇਸ਼ਨਸ ਨੇ ਬਹੁਤ ਸ਼ਾਨਦਾਰ ਦੱਸਿਆ ਅਤੇ ਹੁਣ ਟੀਚਾ ਹੈ ਕਿ ਜਹਾਜ਼ ਦੁਰਘਟਨਾਵਾਂ ਵਿੱਚ ਕਿਸੇ ਦੀ ਵੀ ਜਾਨ ਨਾ ਜਾਵੇ। तो एक तरफ आप एविएशन सेफ्टी यानी आपकी और मेरी सेफ्टी को सुनिश्चित करने के लिए पर्याप्त कदम उठाए जा रहे हैं या नहीं? ਭਾਰਤ ਵਿੱਚ ਪਾਇਲਟਾਂ ਦੀ ਗਿਣਤੀ ਨਾਕਾਫੀ ਹੈ ਅਤੇ ਸਰਕਾਰ ਖੁਦ ਇਸ ਗੱਲ ਨੂੰ ਸਵੀਕਾਰ ਕਰਦੀ ਹੈ। ਭਾਰਤ ਵਿੱਚ ਪਾਇਲਟਾਂ ਦੀ ਸੰਖਿਆ ਗਲੋਬਲ ਬੈਂਚਮਾਰਕ ਤੋਂ ਘੱਟ ਹੈ। ਸੰਸਦ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਪਾਇਲਟ ਬਣਨ ਦੀ ਟ੍ਰੇਨਿੰਗ ਇੰਨੀ ਮਹਿੰਗੀ ਹੈ ਕਿ ਜ਼ਿਆਦਾਤਰ ਲੋਕਾਂ ਦੇ ਲਈ ਇਹ ਪੇਸ਼ਾ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ। ਜਦੋਂ ਆਸਮਾਨ ਵਿੱਚ ਜਹਾਜ਼ਾਂ ਦੀ ਸੰਖਿਆ ਵਧ ਰਹੀ ਹੈ ਉਦੋਂ ATC ਵਿੱਚ ਲੋੜ ਦੇ ਮੁਕਾਬਲੇ 23% ਦੀ ਸਟਾਫ ਦੀ ਕਮੀ ਹੈ। ਜੋ ਮਾਹਰ एविएशन ਸੁਰੱਖਿਆ ਦੀ ਨਿਗਰਾਨੀ ਕਰਦੇ ਹਨ ਉਹਨਾਂ ਦੀ ਕਮੀ ਤਾਂ ਲਗਭਗ 50% ਹੈ ਅਤੇ ਜੋ ਸੰਸਥਾ एविएशन ਸੈਕਟਰ ਨੂੰ ਰੈਗੂਲੇਟ ਕਰਦੀ ਹੈ ਅਤੇ एविएशन ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਡਾਇਰੈਕਟੋਰੇਟ ਜਨਰਲ ਆਫ ਸਿਵਲ एविएशन ਜਾਂ DGCA ਉਹਨਾਂ ਵਿੱਚ ਵੀ ਕਰੀਬ 48% ਦੀ ਸਟਾਫ ਦੀ ਕਮੀ ਹੈ। All that it means is that you're flying on a wing and prayer. ਇਸ ਦਾ ਮਤਲਬ ਬਸ ਇੰਨਾ ਹੈ ਕਿ ਤੁਸੀਂ ਕਿਸਮਤ ਦੇ ਭਰੋਸੇ ਉਡਾਨ ਭਰ ਰਹੇ ਹੋ। ਬਸ ਇਹੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਇੱਕ ਰੈਗੂਲੇਟਰ ਦੀ ਹੁੰਦੀ ਹੈ, ਪਰ ਭਾਰਤ ਵਿੱਚ ਅਸਲ ਵਿੱਚ ਕੋਈ ਮਜ਼ਬੂਤ ਰੈਗੂਲੇਟਰ ਨਹੀਂ ਹੈ। DGCA ਨੇ 에ਅਰਲਾਈਨ ਦਾ ਉਹਨਾਂ ਦੇ ਵੱਖ-ਵੱਖ ਵਿਭਾਗਾਂ ਦਾ ਆਡਿਟ ਕਰਨਾ ਹੁੰਦਾ, ਉਹਨਾਂ ਨੇ ਹਵਾਈ ਅੱਡਿਆਂ ਦਾ ਵੀ ਆਡਿਟ ਕਰਨਾ ਹੁੰਦਾ, ਪਰ DGCA ਅਤੇ ਮੰਤਰਾਲੇ ਨੇ ਸੰਸਦ ਵਿੱਚ ਕਿਹਾ ਹੈ ਕਿ ਇਸ ਕਮੀ ਨਾਲ ਕੰਮਕਾਜ ਉੱਤੇ ਕੋਈ ਅਸਰ ਨਹੀਂ ਪੈਂਦਾ। ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਬਿਆਨ ਸੰਸਦ ਵਿੱਚ ਦਿੱਤੇ ਜਾਂਦੇ ਹਨ ਅਤੇ ਇਸ ਦੇ ਲਈ ਕੋਈ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ। So fatigue is a global concern now. ਕੈਪਟਨ ਅਮਿਤ ਸਿੰਘ ਦੀ ਸੰਸਥਾ ਨੇ ਪਾਇਲਟਾਂ ਦੇ ਵਿਚਾਲੇ ਕਈ ਸਰਵੇ ਕਰਾਏ ਹਨ ਜਿਸ ਵਿੱਚ ਫਟੀਗ ਦੀ ਸਮੱਸਿਆ ਬਾਰ-ਬਾਰ ਸਾਹਮਣੇ ਆਈ ਹੈ। 2022, the fatigue survey. 2022 ਵਿੱਚ ਕੀਤੇ ਗਏ ਥਕਾਨ ਜਾਂ ਫੈਟੀਗ ਸਰਵੇ ਵਿੱਚ 4% ਦੀ ਪਾਇਲਟਾਂ ਨੇ ਕਿਹਾ ਕਿ ਉਹ ਬਿਨਾਂ ਦੂਜੇ ਪਾਇਲਟ ਨੂੰ ਦੱਸੇ ਫਲਾਈਟ ਦੇ ਵਿੱਚ ਸੌਂ ਗਏ ਸਨ। ਲਗਭਗ 70% ਦੀ ਪਾਇਲਟਾਂ ਨੇ ਕਿਹਾ ਕਿ ਉਹਨਾਂ ਨੂੰ ਫਲਾਈਟ ਨਹੀਂ ਉਡਾਉਣੀ ਚਾਹੀਦੀ ਸੀ ਕਿਉਂਕਿ ਉਹ ਬਹੁਤ ਥੱਕੇ ਹੋਏ ਸਨ। 2024 ਵਿੱਚ ਕੀਤੇ ਗਏ ਸਰਵੇ ਵਿੱਚ ਪਾਇਲਟਾਂ ਨੇ ਦੱਸਿਆ ਕਿ ਥਕਾਨ ਦਾ ਮੁੱਖ ਕਾਰਨ ਬਾਰ-ਬਾਰ ਸ਼ਡਿਊਲ ਬਦਲਣਾ ਹੈ। ਅਜਿਹਾ ਨਹੀਂ ਹੈ ਕਿ DGCA ਨੂੰ ਇਸ ਸਮੱਸਿਆ ਦੀ ਜਾਣਕਾਰੀ ਨਹੀਂ ਹੈ। ਜਨਵਰੀ 2024 ਵਿੱਚ ਉਸਨੇ ਪਾਇਲਟਾਂ ਦੀ ਥਕਾਵਟ ਘੱਟ ਕਰਨ ਅਤੇ एविएशन ਸੁਰੱਖਿਆ ਵਧਾਉਣ ਦੇ ਲਈ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਜਾਂ FDTL ਵਿੱਚ ਵੱਡੇ ਬਦਲਾਅ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਹੋਈ। ਪਾਇਲਟ ਸੰਗਠਨਾਂ ਦਾ ਦਾਅਵਾ ਹੈ ਕਿ ਇਹ ਨਿਯਮ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਹਨ। BBC ਨੇ ਇਸ ਬਾਰੇ ਵਿੱਚ DGCA ਨੂੰ ਸਵਾਲ ਪੁੱਛਿਆ ਪਰ ਕੋਈ ਜਵਾਬ नहीं मिला। डेटा की माने तो सरकार और प्राइवेट सेक्टर ने मिलकर 2019 से 2025 के बीच देश में एयरपोर्ट इंफ्रास्ट्रक्चर को सुधारने के लिए 96,000 करोड़ से ज्यादा रुपए खर्च किए हैं, लेकिन सवाल यह है कि क्या पैसा वहां जा रहा है जहां उसकी सबसे ज्यादा जरूरत है? ਪਰ ਇਸ ਦੇ ਨਾਲ ਕੁਝ ਸਖਤ ਹਕੀਕਤਾਂ ਵੀ ਹਨ, ਜਿਵੇਂ DGCA ਦਾ ਬਜਟ ਘੱਟ ਕਰ ਦਿੱਤਾ ਗਿਆ। ਜਹਾਜ਼ ਦੁਰਘਟਨਾ ਜਾਂਚ ਬਿਊਰੋ ਜਾਂ AAIB ਜਿਸ ਦਾ ਕੰਮ ਹਾਦਸਿਆਂ ਦੀ ਜਾਂਚ ਕਰਕੇ ਭਵਿੱਖ ਵਿੱਚ ਹਾਦਸਿਆਂ ਨੂੰ ਰੋਕਣਾ ਹੈ, ਉਸ ਦੇ ਫੰਡ ਵਿੱਚ ਵੀ ਕਾਫੀ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ATC ਕਰਮਚਾਰੀਆਂ ਦੇ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਦਾਅਵਾ ਕੀਤਾ ਕਿ ਵੱਡੇ ਹਵਾਈ ਅੱਡਿਆਂ ਤੇ ਵੀ ਆਧੁਨਿਕ ਅਤੇ ਨਵੇਂ ਰਡਾਰ ਸਿਸਟਮ ਆਸਾਨੀ ਨਾਲ ਉਪਲਬਧ ਨਹੀਂ ਹਨ। Most of the expenditure that is shown by the government. ਸਰਕਾਰ ਜਿਹੜਾ ਖਰਚ ਦਿਖਾਉਂਦੀ ਹੈ ਉਸ ਵਿੱਚੋਂ ਉਹ ਅਸਲ ਜ਼ਰੂਰਤ ਵਾਲੇ ਖੇਤਰ ਉੱਤੇ ਸ਼ਾਇਦ ਹੀ ਕੁਝ ਖਰਚ ਕਰਦੀ ਹੈ। ਅਸਲੀ ਲੋੜ ਜਿੱਥੇ ਹੈ ਉਹ ਹੈ ਆਪਰੇਸ਼ਨਲ ਵਿੰਗ ਅਤੇ 에ਅਰ ਟ੍ਰੈਫਿਕ ਮੈਨੇਜਮੈਂਟ। ਤੁਸੀਂ ਜਾ ਕੇ 에ਅਰ ਟ੍ਰੈਫਿਕ ਕੰਟਰੋਲ ਯੂਨਿਟਸ ਦਾ ਨਿਰੀਖਣ ਕਰੋ, ਉੱਥੋਂ ਦੀ ਹਾਲਤ ਕਾਫੀ ਕਮਜ਼ੋਰ ਅਤੇ ਖਰਾਬ ਦਿਖੇਗੀ। ਮੈਂ ਤਾਂ ਕਹਾਂਗਾ ਕਿ ਸਿਸਟਮ ਕਾਫੀ ਪੁਰਾਣਾ ਹੋ ਚੁੱਕਿਆ ਹੈ। ਅਸੀਂ AI ਤੋਂ ਬਾਰ-ਬਾਰ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਅਤੇ ਮਾਡਰਨਾਈਜੇਸ਼ਨ ਦੀ ਸਥਿਤੀ ਦੇ ਬਾਰੇ ਜਾਣਕਾਰੀ ਮੰਗੀ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਥਿਓਰੈਟਿਕਲੀ ਦੇਖਿਆ ਜਾਵੇ ਤਾਂ ਭਾਰਤ एविएशन ਦੇ ਖੇਤਰ ਵਿੱਚ ਠੀਕ ਕਰ ਰਿਹਾ ਹੈ। ਦੁਨੀਆ ਵਿੱਚ ਸਾਡੀ ਦਿੱਖ ਬਿਹਤਰ ਹੋਈ ਹੈ। ਦੇਸ਼ ਦੇ ਅੰਦਰ ਵੀ ਇਹ ਖੇਤਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅੱਗੇ ਵੀ ਇਸ ਦੇ ਵਧਣ ਦੀਆਂ ਕਾਫੀ ਸੰਭਾਵਨਾਵਾਂ ਨੇ। ਇਸ ਲਈ ਸੁਭਾਵਿਕ ਹੈ ਕਿ ਸਰਕਾਰ ਇਸ ਖੇਤਰ ਵਿੱਚ ਵੱਧ ਨਿਵੇਸ਼ ਕਰੇਗੀ, ਪਰ ਚਮਕਦਾਰ ਟਰਮੀਨਲ ਬਣਾਉਣ ਉੱਤੇ ਵੱਧ ਪੈਸਾ ਖਰਚ ਕਰਨ ਦੀ ਥਾਂ ਜਿਸ ਦੀ ਲਾਗਤ ਅਖੀਰ ਵਿੱਚ ਯਾਤਰੀਆਂ ਤੋਂ ਹੀ ਵਸੂਲੀ ਜਾਂਦੀ ਹੈ, ਬਿਹਤਰ ਰਨਵੇ ATC ਦੇ ਲਈ ਚੰਗੇ ਉਪਕਰਨ ਅਤੇ ਰੀਅਲ ਟਾਈਮ ਨਿਗਰਾਨੀ ਉੱਤੇ ਵੱਧ ਧਿਆਨ ਦੇਣਾ ਚਾਹੀਦਾ। So Naidu, I'm Jugal from the BBC. Hi. Actually, I've been trying to get your interview since many days now. Okay. I've come to your house, also emailed you 3-4 times. Okay. Can I ask you a few questions? We're doing a piece on aviation safety and just wanted to have your point of view. Let's meet up now. Let's do a I don't mind, sir. I've sent a request to your staff. Kapil, I've visited your house as well. I suggest we meet up. Can we do it, sir? Just this week. तो अभी आपने देखा कि हम सिविल एविएशन मिनिस्टर से मिले, उन्होंने ये भरोसा दिलाया है कि वो हमारे सवालों के जवाब देंगे। एविएशन सेफ्टी को लेकर जो हमारे सवाल हैं, जो हमारी रिपोर्टिंग है उस पर जवाब देंगे। ऑफ कोर्स हम फॉलो अप करेंगे ये देखने के लिए कि वो वाकई में जवाब देते हैं या नहीं। We see three priorities for India. ਅਸੀਂ ਭਾਰਤ ਦੇ ਲਈ 3 ਮੁੱਖ ਪ੍ਰਾਥਮਿਕਤਾਵਾਂ ਦੇਖਦੇ ਹਾਂ। ਪਹਿਲੀ ਕਿ ਨਿਯਮਾਂ ਅਤੇ ਨਿਗਰਾਨੀ ਦੇ ਪੱਧਰ ਉੱਤੇ ਤਕਨੀਕੀ ਮਾਹਰਾਂ ਦੀ ਲੋੜ ਹੈ। ਦੂਜੀ ਟ੍ਰੇਨਿੰਗ ਦੀ ਮੰਗ ਵਧ ਰਹੀ ਹੈ। ਤੀਜੀ ਪ੍ਰਾਥਮਿਕਤਾ ਮੇਨਟੇਨੈਂਸ ਯਾਨੀ ਰੱਖ ਰਖਾਅ ਅਤੇ ਉਸ ਦੀ ਗੁਣਵੱਤਾ ਦੇ ਨਾਲ ਜੁੜੀ ਹੋਈ ਹੈ। ਸਿਸਟਮ ਦੀ ਵਿਸ਼ਵਾਸਯੋਗਤਾ ਬਹੁਤ ਜ਼ਰੂਰੀ ਹੈ ਤਾਂ ਕਿ ਵਿਕਾਸ ਅਤੇ ਵਿਸਤਾਰ ਲੰਬੇ ਸਮੇਂ ਤੱਕ ਸੁਰੱਖਿਅਤ ਬਣਿਆ ਰਹੇ। The advice I would give is what ਮੈਂ ਇਹੀ ਸਲਾਹ ਦੇਵਾਂਗਾ ਜੋ ਮੇਰੇ ਕਾਲਜ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਸਾਨੂੰ ਸਿਖਾਉਂਦੇ ਸਨ, ਹੌਲੀ ਚੱਲੋ ਪਰ ਸਹੀ ਚੱਲੋ। ਸਾਨੂੰ ਸਭ ਤੋਂ ਤੇਜ਼ ਜਾਂ ਸਭ ਤੋਂ ਵੱਡਾ ਬਣਨ ਦਾ ਹੰਕਾਰ ਛੱਡਣਾ ਪਵੇਗਾ। ਪਾਰਦਰਸ਼ਤਾ ਰੱਖੋ ਅਤੇ ਸਭ ਤੋਂ ਵੱਧ ਧਿਆਨ ਸੁਰੱਖਿਆ ਉੱਤੇ ਦੇਣਾ ਹੋਵੇਗਾ, ਨਾ ਕਿ ਹੰਕਾਰ ਉੱਤੇ।